नाम भी गुरदियाल सिंह है जी। गुरदियाल सिंह ਤੁਹਾਡੀ ਉਮਰ ਕਿੰਨੀ ਹੋ ਗਈ? 85 साल की 80-85 हाँ 85 के ਹਾਂ नाम है ਦੱਸੋ जी। ਤੁਸੀਂ। मतलब भी क्या कह रहा था मैं देखी कहते कैरो पांडवा ने किसी भगवान ने कहा था भी ये 5 पिंड दे दे। ਨਾਮ ਕੀ ਹੈ ਤੁਹਾਡਾ ਜੀ? पिरछे सिंह बागरू ईश्वर सिंह ਪਿਤਾ ਦਾ ਨਾਮ? बारू राम ਮਾਲਾ माला का सिंह ਹਾਂਜੀ ਤੁਹਾਡਾ ਜੀ? ऐसे देखो ਤੁਹਾਡਾ ਜੀ? ਅਰਜਨ ਸਿੰਘ ਤੁਹਾਡੇ ਪਿਤਾ ਦਾ ਨਾਮ ਜੀ? रास्ता सिंह ਸਿੰਘਾਂ ਵਾਲੀ ਗੜੀ। ਸਿੰਘਾਂ ਵਾਲੀ ਗੜੀ। ਸਿੰਘਾਂ ਵਾਲੀ ਗੜੀ। ਹਾਂ। ਪਿਤਾ ਦਾ ਨਾਮ? ਬਸੰਤ ਸਿੰਘ ਪਿਤਾ ਦਾ ਨਾਮ? सपूर्ण सिंह ਗੁਰਦਿਆਲ ਜਥੇਦਾਰ ਦਾ ਮਹੱਲਾ ਕੰਸੀ। ਹੁਣ ਮਹੱਲਾ ਇੱਕੋ ਹੀ नगर कीर्तन निकलता था हाथी के ਚੰਡੀਗੜ੍ਹ ਦੇ ਵਿੱਚ शादी शादी सुनने का कर ਚਲ ਚੰਡੀਗੜ੍ਹ महाराज ने मंजूर कराया हुआ था महाराज ड्राइवर मंजूर था वही पहला पुजारे करता था फिर दूसरे दिन खेलता वहाँ जुड़े हल्ले के मगरों कई साल मगरों आई फिर ट्रालियां आ गई फिर ड्राइवर से कट जा अपने बलबीर सिंह का मुंडा ਗੁਰਦੁਆਰੇ ਪਿੱਛੇ ਖੂਨੀ ਟੋਬਾ ਦੀ हाँ जी हाँ खुनी टोपा ये बिचो पे आप जी खुनी टोपे गए ਇਹਨੂੰ ਖੂਨੀ ਟੋਬਾ ਕਿਉਂ ਕਹਿੰਦੇ ਜੀ? तेरी बहुत बंदे मरे हैं बिचू टोप गए हाथी का भी नहीं पता लगेगा नाम मैंने पक्का इतिहास गुरुद्वारे के इलाके ਵਿੱਚ ਹੋਈ ਜਾਂਦਾ। वो पहले फाटे ना कहते जी इकट्ठे हो गए सारे दल इकट्ठा हो गए पहले गुरुद्वारे में ਅੱਛਾ बनाए थे वो ਪੂਰੀ ਦਿਨ ਆਪਣਾ ਇੱਥੇ चार कोई 3 बजे का टाइम था बनाए ਰਾਤ ਆ। 4 बजे सारे बता रहे हैं जरूरी अपने आस्था सिंह था वो टाइम हाँ वो किसी रफ लेके उत्थे बैठा था रास्ते में अगे उन्हें दी गोली चलाई वो पुट्ठे मुड़ गए ਕੋਠੇ ਦੇ ਉੱਪਰ फिर अपना बहुत सिख इकट्ठा होता है बाग मांडे में चार चबेरे सारे पिंडा बंदे आया वा 3 दिन जंग चलती रही इकट्ठे होते रहा भाई खतरा था ना लड़ाई होने की सलाह दी पक्की फिर लड़ाई उन्होंने 4 बजे करी बाहर ਨੂੰ हल्ला बोलिया उत्ते भी 2 ग्राफ वाले आ गए हल्ला मोड़ दिया बंदा उन्हें 1-2 ਲੜਾਈ ਹੋਈ ਨਹੀਂ ਹੁੰਦੀ ਰਹਿ ਗਈ। ਲੜਾਈ ਹੋਈ ਆ 4-5 ਘੰਟੇ 5-4 ਬੰਦੇ ਬਾਹਰ ਨੂੰ ਆਏ ਬਿੱਡੀ ਕੋਲ ਹੋਈ ਸੀ ਕਹਿੰਦੇ। ਉਹ ਬਿੱਡੀ ਕੋਲ ਬਿੱਡੀ ਵਿੱਚ ਸ਼ੁਰੂ ਹੋ ਕੇ ਬੇਰੀਆਂ ਵਿਸ਼ਵਕਰਮਾ ਮੰਦਿਰ। ਉਹ ਵੀਰ ਜੀ ਉੱਥੋਂ ਗੋਲੀ ਚਲਾਵੇ ਤੇ ਸਿੱਖ ਇੱਥੋਂ ਉੱਥੋਂ ਚਲਾਵੇ। ਅੱਛਾ 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 ਗੁਰਦੁਆਰੇ। ਮੈਂ ਇੱਕ ਠੀਕ ਆ ਇਹਨਾਂ ਇੱਕ ਬੰਦਾ ਮੋੜਦਾ ਮੈਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਜੇ ਆਪ ਅੱਜ ਰਾਤ ਨੂੰ ਆਪਾਂ ਨਾ ਲਿਖੜੇ ਮਹਾਰਾਜ ਬਟਾਲਾ ਬਹੁਤ ਘਬਰਾਇਆ ਵਾ ਤਾਂ ਉਸਕੇ ਮੇਰੇ ਗੋਲੀ ਚਲਾ ਦੀ ਪਤਾ ਹੀ ਸਭ ਨੂੰ 1 ਮਿੰਟ फौज आ गई ਉਹ ਤੜਕੇ ਨੂੰ ਇਹ ਪਤਾ ਲੱਗ ਗਿਆ ਉਹਨੂੰ ਵੀ ਤੜਕੇ ਨੂੰ ਫੌਜ ਆ ਜਾਏਗੀ ਵੀ ਆਪਾਂ ਕਰਫਿਊ ਲੱਗ ਜਾਏਗਾ। ਕਿਉਂ ਮਾਰ ਦੇਗੇ ਵੀ ਕਰਫਿਊ ਲੱਗ ਜਾਏਗਾ, ਪਟਿਆਲੇ ਲੱਗ ਗਿਆ ਉਹਨਾਂ ਕਰਫਿਊ। आ भी गई फौज आ गई ਉਹ ਤਾਂ ਸਾਰੇ ਪੰਜਵਾਂ ਸੱਤਵਾਂ ਹਿੱਸਾ ਹਾਂ ਮਨ ਮੁਸਲਮਾਨਾਂ ਦਾ ਜੋੜ ਤਾਂ ਸੀ। ਕੁੰਜੇ ਬੰਦੇ ਮਰਦੇ ਸਿੱਖ ਦੋ ਅੱਛਾ ਜਿਹੜੇ ਆਵੇ ਤਾਂ ਬਤਾ ਦੇ ਇਹ ਕੁੰਜੇ ਬੰਦੇ ਉਰੀ ਬਸ ਉਹਨੇ ਖਾਣੇ ਵਾਲੇ ਜਿੰਨਾ ਆਟੇ ਵਾਂਗੂ ਹੋਵਾ मुसलमान से ਆ ਗਿਆ ਬਤਾ ਤੋਂ ਬਥੇਰੀ ਬਿਲਾਈ ਦੀ ਬਤਾ ਤੋਂ ਐਸੇ ਕੰਮ ਕਰਦੀ ਨਹੀਂ ਹੈ ਨੱਠ ਉੱਠ ਜਾ ਸਮਝੋ ਨੱਠ ਗਈ ਦੀ ਇਸ ਕਰਕੇ ਸੁਨਾਵਰ ਪ੍ਰਤਾਪ ਪਿੰਡਾ ਵਾ ਅੱਛਾ ਉੱਥੇ ਬਹੁਤ ਵੱਡੀ ਛੱਪੜ ਦੀ ਜਿੱਥੇ ਖੇੜਾ हाँ जी हाँ ਉਹ ਵੀ ਖੂਨੀ ਟੋਬਾ ਦਾ ना वो बलोचारा जी टोपा ਜਿੱਥੇ बलोचारा टोपा बोले थे ਪਾਣੀ ਕਿਸੇ ਟਾਈਮ ਪਾਣੀ ਦਾ 'ਚ ਬਾਹਰ ਆ ਜਿਹੜੀ ਘੱਗਰ ਚੱਲ ਰਿਹਾ ਨਾ ਹਸਨਪੁਰ ਨੂੰ ਹਾਂ 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 ਉਹ ਕਿਸੇ ਟਾਈਮ ਇੱਥੇ ਨੂੰ ਚੱਲਦਾ ਤਾ। ਜਿਹੜਾ ਆਪਣੇ ਬੋਰ ਕੋਲ ਨੂੰ ਹੈ ਸੀ ਨਾ ਰਾਹ ਕੱਚਾ ਉੱਥੇ ਵੀ ਚੱਲਦਾ ਸੀ ਅੱਛਾ ਇੱਕ ਉਰੇ ਦਾ ਬਹੁਤ ਵੱਡਾ ਜਿੱਥੇ ਹੁਣ ਨਵਾਂ ਵਿਸ਼ਵਕਰਮਾ ਮੰਦਿਰ ਬਣਿਆ ਉੱਥੇ ਕੀ ਹੁੰਦਾ ਸੀ? पंजाबे से यहाँ गुरुद्वारा बनया ਹਾਂ, ਪੰਜਾਬ। पंजाबे का बहुत ਇਹ ऊंचा ਮੁਸਲਮਾਨ ਇੱਟਾਂ ਪਕਾਉਂਦੇ ਤੇ ਉਹ ਰੇਟਾਂ ਵੱਖਰੀਆਂ ਜੀ ਜਿੱਥੇ ਨਵਾਂ ਵਿਸ਼ਵਕਰਮਾ ਮੰਦਿਰ ਹੈ। ਛੋਟੀਆਂ ਇੱਟਾਂ ਪੱਕੇ अपने कारगढ़ सब ਇਸ ਤਰ੍ਹਾਂ ਹੀ ਕਾਲਗੜ੍ਹ ਵੱਖਰੀਆਂ ਜੀ हाँ जी हाँ ਪੰਜਾਬਾਂ ਦੀ ਹੈ हाँ जी पंजाबे ਇੱਟਾਂ ਦਾ ਭੱਠਾ ਜਿਹਨੂੰ ਰਾਇਆ ਘਰ ਛੋਟੀਆਂ ਇੱਟਾਂ ਨਿਕਲਦੀਆਂ ਆਹੋ ਤੂੰ ਉਰੇ ਪੜਿਆ ਤਨੇ ਖੇਲਿਆ ਸਭ ਕੁਝ ਦੇਖਿਆ मुसलमाना का 3 थोड़ बीच का बना निकला ये थी ना ਆ ਜਿੱਥੇ ਅਰਜਨ ਐਮਸੀ ਦਾ ਘਰ ये टुकड़ा यहाँ ਆਰੇ ਵਾਲੀ ਮਸਜਿਦ ਕੋਲ मशीन है आरे वाली गुरुचरण गए सरदार के सामने चरण सिंह के ਅੱਛਾ ਅੱਛਾ ਬਲਵੀਰ ਸਿੰਘ ਉਹਦੇ ਸਾਹਮਣੇ ਗੁਰਦੁਆਰਾ ਜਿਹੜਾ ਕਹਾਣੀਆਂ ਇੱਕ ਉੱਥੇ ਸੀ ਉਹ ਕਬਰਾਂ ਉਹ ਪਠਾਣਾ ਉਹ ਤੁਹਾਡੇ ਵੀ ਖੇਤ ਕੇ ਲਵੇ ਹੋਵੇ ਤੇ ਜਿਹੜੀ ਵੀਰ ਕਹ ਇੱਕ ਜੋਤੀ ਡਾਕਟਰ ਦੀ ਬੜਾ ਮਸ਼ਹੂਰ ਭਰਾ ਜੋਤੀ ਸਭ ਤੋਂ ਪਹਿਲਾਂ ਡਾਕਟਰ ਜੋਤੀ ਦਾ ਉਹਦੀ ਬੜੀ ਚੜਾਈ ਦੀ ਗੱਲ ਕੇ ਪਹਿਲਾਂ ਕੁਵਰ ਕਰਜਾਲ ਨਿੱਕੂ ਡਾਕਟਰ ਇੱਕ
जी भी ज्योति पहला हो गए अच्छा अच्छा जब वो पढ़ा थे आवे थे पर कई हिंदू भी रहे कोटरा बैठे थे सारे। ਇਹ ਹੁਣ ਤਾਜ਼ਾ ਨਹੀਂ ਰੰਗ ਜੇ ਵੀ ਜਿੱਥੇ ਗੰਦੀ ਗਾਲ ਦੀ ਚੜਾਈ ਆ ਇਹ ਸਾਨੂੰ ਨੀ ਪਤਾ ਜੀ ਇਹ ਕਿ ਰੰਗ ਜੇ ਵੀ ਬਣਾਇਆ ਫਿਰ उसके ਉੱਠਿਆ गाल के बीच ਇਹ कोटरा ਰੰਗ ਜੇ ਵੀ ਟਾਈਮ ਵੀ ਬਣੇ ਵੀ ਆਪਾਂ ਉਠੋ ਵੇ ਤੇ ਪਠਾਣਾ ਵਾਲਾ ਮਾਲਾ ਵੀ ਪੁਰਾਣਾ ਨਾ ਉਹਦੀ ਉੱਥੇ ਗੁਲਾਮ ਮੁਹੰਮਦ ਜ਼ਾਕਿਰ ਕਿੰਨੇ ਪਠਾਨ ਰਹਿੰਦੇ ਸਾਰੇ ਅੱਛਾ ਨਿਖਾ ਪਠਾਨ ਅੱਛਾ ਗੁਲਾਮ ਨਬੀ ਗੁਲਾਮ ਨਬੀ गुलाब नबी वो पहले बसे ना ਟਾਂਗੇ ਇਹ ਜਿਹੜੀ ਸਾਡੇ ਵਾਲੀ ਵੇਚ ਸੀ ਇਹ ਇੱਥੇ ਕੌਣ ਕਿਹੜਾ ਮੁਸਲਮਾਨ ਹੁੰਦਾ ਜੀ ईस्टो दिए तो मुसलमान है ਹਸਨ ਡੱਬਾ मुर्शी आजम ਹਸਨ ਡੱਬਾ ਹਸਨ ਹਾਂ ਜਿਹੜੀ ਦੋਜੀਆਂ ਵਾਲੀ ਵੱਡੀ ਹਵੇਲੀ ਤੇ ਉੱਥੇ ਹਾਂ ਹਸਨ ਕੀ ਦਿਆ दो तेरे वाले भी जगह रहे दो पढ़ा रहे ਜਿਹੜਾ ਥਾਰੇ ਕਿਆ ਨਾਮ ਯਾਦ ਹੈ ਕੁਛ नौ दो ਜਿਹੜਾ ਥਾਰੇ ਇਸਤੇ ਪੁੱਛ ਲੈ ਇਹਨੂੰ ਪਤਾ ਜੇ ਥਾਰੇ ਪਾਸ ਥਾ ਇੱਕ ਨਾ ਜਾਨ ਮੁਰਸੀ ਗਏ ਇਹ ਕੀ ਜਾਨ ਹੈ ਜਾਨ ਮੁਰਸੀ ਗਏ ਦੇਖ ਵਕੀਲਾ ਇੱਕੋ ਜਿਹੜਾ ਹੁੰਦਾ ਸੀ गोली चली है ਹਾਂ ਉੱਥੇ ਚਲੀ ਗਈ ਮੁਰਸੀਆਂ ਵਾਲੀ ਹਵੇਲੀ ਵੱਜਦੀ ਹੈ ਜੀ ਹੈ ਮੁਰਸੀਆਂ ਵਾਲੀ ਹਵੇਲੀ मुर्शिया का बंदा बैठा था गोली चला ਉਹਦਾ ਬੜਾ ਬੜੇਗਾ ਨਾਮ ਕਿਹਾ था ਜਿਹੜਾ ਬੁੜਾ ਗੋਲੀ ਮਾਰ ਕੇ ਅਤੀਆਂ ਵਾਲੇ ਚੌਂਕ ਚੋਂ ਕੀ यार चौक में तियां पर ਤੀਆਂ ਭਰਿਆ ਕਰੇ ਕੁੜੀਆਂ ਸ਼ਹਿਰ में ही ਤੀਆਂ ਦਾ ਤਿਹਾਵਾ ਨਹੀਂ ਹੁੰਦਾ ਅੱਛਾ ਸਮਝ ਗਿਆ ਤੀਆਂ ਭਰਿਆ ਤੀਆਂ ਭਰੇ ਕਰੇ ਥੋੜੇ ਕਿੱਦਾਂ ਪਾਵੇ ਦੀਆਂ ਨੱਚੇ ਦੀਆਂ ਸਾਉਣ ਕੇ ਮਹੀਨੇ में ਤੀਆਂ ਆਵੇ ਦੀ ਅੱਛਾ ਕਲਗੀਧਰ ਗੁਰਦੁਆਰਾ ਵੀ ਪੁਰਾਣਾ ਉਹ ਨਵਾਂ ਸਭ ਹੀ ਅੱਛਾ ਸਕੂਲ ਹੱਲਿਆਂ ਦੇ ਟਾਈਮ ਦਾ ਯਾਹੀ ਦਾ ਆਸਕੌਰ ਦਾ ਕਿਲਾ ਹਾਂ ਯਾਸਪੁਰ ਦਾ ਕਿਲਾ ਉਹ ਜਿੱਥੇ ਪੁਰਾਣਾ ਸਕੂਲ ਹੈ ਜੀ ਉਹ ਪੁਰਾਣਾ ਸਕੂਲ ਹੈ ਨਾ ਬਣਿਆ ਬਾਈ ਆਹੋ ਬੜਾ ਉਸਕਰ ਦਾ ਕਿਲਾ ਇਹ ਕਿਲਾ ਹੀ ਤਾਂ ਅੱਛਾ ਜਿੱਥੇ ਥਾਣਾ ਬਣਿਆ ਚੌਂਕੀ ਪਰਲੇ ਪਾਸੇ ਰਾਣੀ ਵਾਲਾ ਬਾਗ ਦਾ ਵਹੀ ਹਾਂ ਰਾਣੀ ਵਾਲੇ ਬਾਗ ਨੂੰ ਰਾਣੀ ਵਾਲਾ ਬਾਗ ਕਿਉਂ ਕਹਿੰਦੇ ਯਾਹੀ ਆਸਕੌਰ ਦਾ ਹੀ ਤਾਂ ਹੈ ਸਾਰਾ ਜਾਂ ਕਿਲਾ ਦਾ ਉਹ ਬਾਗ ਦਾ ਲਵੇ शहर कर जाएगा ਜਿੱਥੇ ਮੰਡੀਆਂ ਹਾਂ ਮੰਡੀਆਂ ਸਾਰਾ ਬਾਗ ਤਾਂ ਇਹ ਵਾ ਬਾਗ ਦਾ ਰਾਣੀ ਵਾਲਾ ਰਾਣੀ ਵਾਲਾ ਬਾਗ ਬੈ ਵੀ ਤੀ ਥਨੇ ਦੇਖੀ ਹੋਣੀ ਬੈ ਤਨੋਂ ਹੁੰਦਾ ਸੀ ਇੱਥੇ ਹਾਂ ਬੜੇ ਉੱਤਰ ਕੇ ਪੌੜੀਆਂ ਉੱਤਰ ਕੇ ਕਮਰੇ ਉੱਥੇ ਉਸਮਾਨ ਤਲਾਅ ਮੇ ਜਿਹੜੀ ਜਿਹੜਾ ਕਾਨੇ ਵਾਲਾ ਤਲਾਅ ਮੇ ਆਹੋ ਆ ਬਹਾਦਰਗੜ੍ਹ ਬਣਾ ਸਕੂਲ ਮਾਤੇ ਅੱਛਾ ਜਿਹੜਾ ਹਸਪਤਾਲ ਹੈ ਜਿਹੜਾ ਪੁਰਾਣਾ ਹਸਪਤਾਲ ਹੈ ਹਾਂ ਇਹ ਵੀ ਹੱਲਿਆਂ ਦੇ ਟਾਈਮ ਦਾ ਇਹ ਪਹਿਲੀ ਦਾ ਹੱਲਿਆਂ ਤੋਂ ਪਹਿਲਾਂ ਦਾ ਹੈ ਅੱਛਾ ਹੁਣ ਖੰਡਰ ਜੇ ਦਿਖਾਈ ਦਿੰਦੇ ਆ ਪਹਿਲੇ ਦੇ ਪਹਿਲਾਂ ਹੈਂ? ਹਾਂ ਤੇ ਆ ਕੰਮ ਚੱਲਿਆ ਨਹੀਂ ਹਸਪਤਾਲ ਦੇ ਉੱਤੇ ਹੀ। ਹੈ ਪਹਿਲਾਂ ਹੁਆ ਡਿਸਪੈਂਸਰੀ ਅੱਛਾ 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 ਉਹ ਬੜਾ ਪੁਰਾਣਾ ਇੱਕ ਨਵਾਂ ਬਣ ਗਿਆ ਹੈ ਪਹਿਲੇ ਦਾ ਪਹਿਲਾਂ ਡਿਸਪੈਂਸਰੀ ਹੈ ਬਸ ਅੱਛਾ ਇੱਥੇ ਕੀ ਹੁੰਦਾ ਦੀ ਚੌਂਕੀ ਦੇ ਪਿੱਛੇ ਤਲੋ ਹੁੰਦਾ ਦੀ ਕੋਈ ਕਾਨੇ ਵਾਲਾ ਤਲਾਅ ਬੱਜੇ ਦਾ ਜੀ ਕਾਨੇ ਵਾਲਾ ਤਲਾਅ ਕਾਨੇ ਵਾਲਾ ਤਲੋ ਹਾਂ ਕਿਸੇ ਕਾਨੇ ਨੇ ਲਵਾਇਆ ਦਾ ਤਲਾਅ ਕਿਸੇ ਸ਼ਾਹੂਕਾਰ ਨੇ ਪਟਵਾਇਆ ਨਾ ਅੱਛਾ ਅੱਛਾ ਹਰ ਜਿੱਥੇ ਬਿਜਲੀ ਬੋਰਡ ਦਾ ਦਫ਼ਤਰ ਹੈ ਹੁਣ ਉੱਥੇ ਕਬਰਾਂ ਲਿਆ ਵਕ ਬੋਰਡ ਤਾਂ ਜੀ ਹੱਲਿਆਂ ਸਮੇਂ ਦੇ ਹਾਲਾਤ ਦੱਸੋ ਉਸ ਸਮੇਂ ਤੁਹਾਡੀ ਉਮਰ ਕਿੰਨੀ ਸੀ ਮੇਰੀ ਉਮਰ 18 ਸਾਲ ਠੀਕ ਹੈ ਜੀ ਉਸ ਸਮੇਂ ਸਨੌਰ ਦੀ ਆਬਾਦੀ ਕਿੰਨੀ ਸੀ ਲਗਭਗ 10,000 ਬਹੁ ਗਿਣਤੀ ਬਹੁਤ ਗਿਣਤੀ ਮੁਸਲਮਾਨਾਂ ਦੀ ਤਿੰਨ ਹਿੱਸੇ ਮੁਸਲਮਾਨ ਸਨ ਕਹਿੰਦੇ ਸਰਦਾਰ ਬੜੇ ਘੱਟ ਸੀ ਉਦੋਂ सरदार थे ही नहीं पांच चार घर थे सरदार ਇੱਕ ਮੋ ਬਰਾਦਰੀ ਦੇ ਲੋਕ ਬਾਅਦ ਚ बरादरी ਆਏ थे कमोर बरादरी थी अच्छा अच्छा लेकिन इस हालात में नहीं जिस तरह होना ये बस लोगों का खेती बाड़ी करते थे जमीना लोगों का बहुत घट थी जमीना ज़्यादा सारी नहीं महाजना होती या मुसलमानों में अच्छा ठीक है ਕਮੋ ਬਰਾਦਰੀ ਕੀ ਕੰਮ ਕਰਦੀ ਸੀ ਉਸ ਸਮੇਂ मजदूरी पेशा खेती बाड़ी का काम करना मजदूरी करना उस समय अमीर ज्यादा हिंदू लोग से कि मुसलमान हिंदू और मुसलमान भी थे लेकिन मुसलमान हिंदुओं के फिर भी नीचे रहते थे क्योंकि महाजना महाजनी करनी आती है मुसलमान वैसे जायदाद वाले बहुत अगले थे ਕਹਿੰਦੇ ਸਨੌਰ ਦਾ ਇਤਿਹਾਸ ਤਾਂ ਪਟਿਆਲੇ ਦਾ ਵੀ ਪੁਰਾਣਾ बहुत पुराना ਕੋਈ ਖਾਸ ਗੱਲ कई 100 साल पुराना ਕੋਈ ਇਹਦੇ ਬਾਰੇ ਖਾਸ ਗੱਲ है कोई खास लाहौर के अंदर आखिरी राज जड़ा होया वो महारानी आस कौर का होया अच्छा उसके कोई औलाद नहीं थी ओके ओके ऐसे किला था एक इस चनौर के किले के अंदर जड़ा राजा था उसमें सिर्फ 83 गाँव मिल गए 83 गाँव का राज था कड़ाम वगैरह पिछले सारे से अच्छा जी। हाँ और उस वेले फिर उन्होंने महाराजा आला सिंह जड़ा उसमें अपनी रिश्तेदारी विचों अपने गोद लिया ਇੱਥੇ ਇੱਕ ਰਾਣੀ ਦਾ ਬਾਗ ਵੀ ਹੁੰਦਾ था अच्छा ਜਿੱਥੇ ਹੁਣ ਮੰਡੀਆਂ ਬਣੀਆਂ ਹੋਈਆਂ ओके ओके
बनाई है। इसके अंदर महारानी का एक बैं भी थी बहुत तगड़ी, जिसके अंदर रानियाँ जाके इकट्ठा बनाया करती थी बॉडी जिन्हों करने 12 दरी थी यहाँ पे। अच्छा उसके बाद वो किले के अंदर जी 12 दरी थी और फिर स्कूल में बदल दी थी। ਇਹ ਸਕੂਲ ਵੀ ਬੜਾ ਪੁਰਾਣਾ ਦੱਸਦੇ ਆ ਸਨੌਰ ਵਾਲਾ। ये कम से कम भी 80-90 साल पुराना स्कूल है। ਆ ਮਸਜਿਦ ਵੀ ਬੜੀ ਪੁਰਾਣੀ ਦੱਸਦੇ ਆ ਜਿਹੜੀ ਆ ਬਾਜ਼ਾਰ ਦੇ ਨਾਲ ਆ हाँ ये पुरानी मस्जिद- ਜਿੱਥੇ ਬੁੱਧਰਾਮ ਐਮਸੀ ਦਾ ਘਰ ਸੀ, ਹੈਂ? ਡੌਂਡਿਆਂ ਦਾ ਘਰ ਬੁੱਧਰਾਮ ਐਮਸੀ ਦੇ ਘਰ ਕੋਲ। हाँ बहुत पुरानी ਅੰਦਾਜ਼ਾ ਕਿੰਨੇ ਹਜ਼ਾਰ ਸਾਲ ਪੁਰਾਣੀ? ये तो होने हुई 700-800 साल से पहले ही है। उस मस्जिद के अंदर एक गुम्बद होती है, इस मस्जिद के अंदर 3 गुम्बद बने हैं। ਅਜੇ ਵੀ? हाँ ਅੱਛਾ ਜੀ, ਕਿੱਡੀ ਵੱਡੀ ਗੱਲ ਦੱਸ ਰਹੇ ਨੇ। ਤਾਇਆ ਜੀ ਹੱਲਿਆਂ ਸਮੇਂ ਦੀ ਕੋਈ ਖਾਸ ਗੱਲ ਦੱਸੋ। खास गल ये है कि इतने जरा हिंदुआ मुसलमानों का बहुत आपस में प्यार था, ਠੀਕ ਹੈ जी। मिल बर्तन बहुत तगड़ा था। ठीक है। रिश्तेदारियों में आना जाना, ब्याह शादियों में भी उनका आना जाना था। अच्छा जी। उस वेले ऐसे हालात थे कि पटियाले के अंदर कर्फ्यू लगा हुआ था अच्छा जी। और ऐसा ऐसा जैसे उनके हालात थे बहुत पैड़े थे, लेकिन Okay. हिंदुओं का आपस में बड़ा मिल बर्तन था। ये हिस्ट्री सनौर की है। रात जिस दिन अंते हल्ले पे हैं उस दिन भी रात को 3 बजे सवेरे गोली चली है, किसी का नुकसान नहीं कोई होया। रातों रात हमने मुसलमान यहाँ तक निकल ठीक है। सुनिए सुनिए मिलिट्री आई 8-9 बजे, पूरे कोई मुसलमान था ही नहीं, ਮਿਲਟਰੀ ਕਾਹਦੇ ਵਾਸਤੇ ਆਈ ਸੀ? बुलाई थी ना। ਅੱਛਾ ਸੁਣਿਆ ਇੱਥੋਂ ਦੇ ਮੁਸਲਮਾਨ ਪਾਕਿਸਤਾਨ ਸਨੌਰੋਂ 3 ਵੱਖ-ਵੱਖ ਜਥਿਆਂ ਦੇ ਰੂਪ 'ਚ ਨਿਕਲੇ ਆ ਕਿ रात को निकले 9 बजे तो ਕਿੱਧਰ ਨੂੰ ਜਥੇ एक ਗਏ गए ਆ? हैं ये बहादुरगढ़, ਬਹਾਦਰਗੜ੍ਹ ਨੂੰ। एक गए हैं मसिंगल, ਮੁਸਲਿਮਾਂ ਨੂੰ। एक गए हैं समाना। ਕਹਿੰਦੇ ਜਿਹੜੇ ਸਮਾਣੇ ਨੂੰ ਗਏ ਉਹਨਾਂ ਦਾ ਨੁਕਸਾਨ ਕਾਫੀ ਆ। नुकसान वो बेचारे जा रहे थे रास्ते में पिंड के जथेदार के उन्होंने वो हल्ला बोल के उन्होंने पर काफी करनी करे। हाँ, प्रतिकार हुए उनकी लड़कियां भी खोल ਹੋਏ ਹੋਏ ਤੇ ਜਿਹੜੇ ਮਸਿੰਘ ਨਾਲ ਗਏ ਇਹਨਾਂ ये ਦੀ ठीक है ਗੁਲਾਮ ਮੁਹੰਮਦ ਨੇ ਅਗਵਾਈ ਕਰੀ ਹੈ। ਹਾਂ। ਉਹ ਆਪਣੇ ਦਿਮਾਗ ਨਾਲ ਸੁਣਿਆ ਕੱਢ ਕੇ ਲੈ ਗਏ बिल्कुल ਤੇ ਜਿਹੜੇ ਇੱਧਰ ਬਹਾਦਰਗੜ੍ਹ ਗਏ इन्हों का भी नुकसान नहीं हुआ। इन्हों के- इन्हें पहुंच के ਹਾਂ ਮੇਰਾ ਖਿਆਲ ਇੱਧਰਲੇ ਮਹੱਲੇ ਵਾਲੇ ਗਏ ਆ, ਹਾਂ। ਜਿੰਦਰਾਂ ਵਾਲੇ ਪੀਰ ਵਾਲੇ। जिंदा पीने वाला रौता का महल्ला ਇਹ ਉੱਧਰ ਨੂੰ ਗਏ ਆ ਬਹਾਦਰਗੜ੍ਹ ਨੂੰ। ਇਹ ਦੱਸੋ ਵੀ ਆਪਣਾ ਮੁਸਲਮਾਨਾਂ ਸਨੌਰ ਛੱਡਣ ਤੋਂ ਪਹਿਲਾਂ ਕੁਝ ਲੋਕ ਹਿਜਰਤ ਕਰਕੇ ਪਾਕਿਸਤਾਨ ਤੋਂ ਸਿੱਖ ਭਰਾ ਇੱਥੇ ਆ ਗਏ ਸੀ ਸਨੌਰ? आगे सी रावलपिंडी का इलाका जिन्ना भी था वो सारा आ गया था। ਅੱਛਾ ਕੋਈ ਮੇਨ ਪਰਿਵਾਰ? मेन परिवार सरदारा सिंह वगैरह। ਅੱਛਾ हाँ ਇਹ ਆਏ ਇੱਥੇ ਇਹ ਕਿਰਾਏ ਤੇ। ਇਹਨਾਂ ਨੇ रावलपिंडी के है ना ਕਾਫੀ ਔਖਾ ਸਮਾਂ ਦੇਖਿਆ ਉਹਨਾਂ ਉਸ ਸਮੇਂ। बहुत। उस वेले वहाँ पर हालात ठीक थे, लेकिन ये डर गए, ਪਹਿਲਾਂ ਹੀ ਆ ਗਏ। डर के अपना सारा सामान पीढ़ियाँ तक बन के ले आए। ਅੱਛਾ ਜੀ। हाँ ਇੱਥੇ ਕਿਰਾਏ ਤੇ। आगे थे 6 महीने कैंपों में रहे हैं, रोटियां भी खाई हैं। ਸੁਣਨ ਚ ਆਇਆ ਤੁਸੀਂ ਹਿਜਰਤ ਕਰਕੇ ਆਏ ਸਿੱਖ ਭਰਾਵਾਂ ਦੀ ਕਾਫੀ ਜ਼ਿਆਦਾ ਅੱਗੇ ਹੋ ਕੇ ਮਦਦ ਕੀਤੀ। ਹੋਰ ਤੁਹਾਡੇ ਨਾਲ ਕਿਹੜੇ ਤੁਹਾਡੇ ਸਾਥੀ ਮਿੱਤਰ ਅੱਗੇ ਆਏ ਅਜਿਹੀ ਸੋਸ਼ਲ ਸੇਵਾ ਦੇ ਕੰਮ ਵਿੱਚ? तो हम कई तक गुजर चुके हैं। ਹਾਂ। एक राम मूर्ति उनका से लगा और? की माता पिता। ਅੱਛਾ एक ਜੀ। सतमान सिंह होता था पटवार जी का लड़का। ਅੱਛਾ ਜੀ। हाँ, एक राम मूर्ति पंडित है, एक राजेंद्र प्रसाद पंडित हो भी। ਅੱਛਾ ਜੀ। हाँ, अच्छा, एक अपना कहते सोमनाथ होंगे थे। ऐसे 10-15 साढ़े वर्कर थे ਜਿਹੜੇ ਉਹਨਾਂ ਨੇ ਬੜੀ ਇਮਦਾਦ ਕਰੀ ਸਾਡੀ। ਯਾਨੀ ਉਹਨਾਂ ਨੂੰ ਖੜਨ 'ਚ ਸਹਾਰਾ ਦਿੱਤਾ ਰੱਬ ਜਿਹੇ ਲੋਕਾਂ ਦੇ ਵਿੱਚ ਵਾਸਤੇ। ਹੁਣ ਵੀ ਉਹ ਲੋਕਾਂ ਦੇ ਅੰਦਰ ਇਹੀ ਚੀਜ਼ ਹੈ। ਕੋਈ ਸਨੌਰ ਚੌਂਕੀ ਹੁੰਦੀ ਸੀ ਉਸ चौंती थी छोटा जा 4-5 सिपाही थे, एक हौलदार, एक एएसआई। एएसआई कभी कभी आया करता था। अच्छा। वो भी किराए पर रहते थे। सुखदेव सिंह ऐसे आलो वालिया था, उसके मकान में चौंकी। ਅੱਛਾ ਜੀ। ਉਸ ਸਮੇਂ ਦੇ ਮਾਹੌਲ ਕੈਸਾ ਸੀਗਾ? वहाँ बहुत मिल बर्तन का माहौल था। लड़ते थे लोग, जो लड़ भी जाना 2 बंदा ने लोग छड़ बरे ਆਪਾਂ ਸਮਝੌਤਾ ਕਰ ਲੈਣਾ। ਹਿੰਦੂਆਂ ਦੇ ਵਿੱਚ ਉਸ ਸਮੇਂ ਖਾਸ ਕਿਹੜੇ ਬੰਦੇ ਸੀ ਮੁਹੱਤਵਰ ਜਿਨ੍ਹਾਂ ਦੀ ਹਿੰਦੂ ਸਮਾਜ ਜ਼ਿਆਦਾ ਸਤਿਕਾਰ ਇੱਜ਼ਤ ਮਾਣ ਸੀ, ਜਿਵੇਂ ਅੱਜ ਕੱਲ੍ਹ ਦੇ ਐਮਸੀ ਟਾਈਪ ਕਹਿ ਲਓ, ਪ੍ਰਧਾਨ ਟਾਈਪ, ਜਿਨ੍ਹਾਂ ਦੀ ਲੋਕੀ ਮੰਨਦੇ ਸੀ ਤੇ ਜੇ ਉਹਨਾਂ ਦੇ ਕੁਝ 2-4 ਹਿੰਦੂ ਭਰਾਵਾਂ ਦੇ ਇੱਕ ਪੰਡਿਤ ਜਗन्नाथ ਹੁੰਦਾ, ਪੰਡਿਤ ਧਰਮਪਾਲ ਦਾ ਬਰਾਦਰ। ਅੱਛਾ। ਇੱਕ ਬਾਬੂ ਰਾਮ ਆਲੋਵਾਲੀਆ, ਅੱਛਾ ਜੀ। सुखदेव सिंह, नंदलाल। अच्छा। ये भी बड़े अच्छे रईस थे ना तगड़े। ਨਾਮ ਸੀ ਇਹਨਾਂ ਦਾ। रिश्तेदार थे। चंदूलाल
ਹਾਂਜੀ सीताराम बालिया अच्छा बाबू राधा कृष्ण वाह जी वाह। ये बड़े इन्हों की लोग बहुत मानता ਤੇ करते ਅਜਿਹੇ ਕੋਈ 2-4 ਮੁਸਲਮਾਨ ਦੋਸਤਾਂ ਦੇ ਵੀ ਨਾਂ ਦੱਸੋ ਜਿਨ੍ਹਾਂ ਦਾ ਉਸ ਸਮੇਂ ਚੰਗਾ ਸਨੌਰ 'ਚ ਦਬਦਬਾ ਸੀ, ਇੱਜ਼ਤ ਮਾਨ ਸੀ, ਸਤਿਕਾਰ ਸੀ। खाना के मैंने नाम का वैसे नहीं पता है हाँ, हाँ। पर उन्होंने का बड़ा सत्कार था जब सिखर जाते थे बड़ी मान इज्जत करते कि पड़ता नहीं होंगे ਕਿਹੜੇ ਮਹੱਲੇ ਦੇ ਸੀ ਉਹ? वो पठान वाले चौक ਠੀਕ मिंजे डाग तख्त पर सब बैठे होंगे थे हाँ। जब जाना हाँ भी किस तरह आया मैं जिस तरह का मान अच्छा बैठ जाए मजदूरी कराने का बहुत इज्जत करते थे नौ मेरे ऐसा था नहीं। ਤੇ ਸਨੌਰ ਤੋਂ ਪਟਿਆਲੇ ਜਾਣ ਦੇ ਸਾਧਨ ਕੀ ਹੁੰਦੇ ਸੀ? तांगे थे ਰਸਤਾ ਕੱਚਾ ਸੀ? ना सड़क पक्की है पहले अच्छा। क्योंकि राजधानी है थी ना ये सड़क बहुत देर की बनी हुई है ਅੱਛਾ ਅੱਛਾ। ਅੱਧ ਵਾਲਾ ਪੀਰ ਵੀ ਪੁਰਾਣਾ? आध वाले पीर ਕਹਿੰਦੇ ਡੇਰਾ ਨਾ ਉਹ ਆਪਣਾ ਗੁੱਗਾ ਮਾੜੀ ਬੜੀ ਪੁਰਾਣਾ ਇਤਿਹਾਸ ਆ। माड़ी का जड़ा मंदिर है ਹਾਂ ਹਾਂ ये तो 5000 साल पुराना मंदिर है 5000 इस वेले महाभारत है जद का मंदिर है ਅੱਛਾ ਜੀ। माड़ी मंदिर है जड़ा माड़ी लिया है ना ये कोई 200 साल हो गए बाहर से माड़ी लिया के ना हो गए स्थापना करी ਵਾਹ ਜੀ ਵਾਹ। एक तलाव भी होंगे था और जड़ा हम बंद हो गया ਕਹਿੰਦੇ ਇਹਦੇ ਨਾਲ ਤਾਂ ਜ਼ਮੀਨ ਵੀ ਕਾਫੀ ਹੁੰਦੀ ਸੀ। जमीन है कि हुन भी काफी लोगों ने- 7 किले जमीन होंगी ਅੱਛਾ ਅੱਛਾ। महादेव का मंदिर के नाम इतने माड़ी के अंदर गुग्गा नवमी का मेला पड़ता गुग्गा माड़ी के नाल लगती साढ़े की ईदगाह सी ਈਦਗਾਹ ਆ ਪਿਛਲੇ ਪਾਸੇ? ਹਾਂ ਮੈਂ ਗੋਬਿੰਦ ਦੇਖੇ ਸੀ ਉੱਚੇ ਉੱਚੇ ਢਹਿ ਗਏ। जन्म जिस वेले गुग्गा माड़ी का मेला पड़ता था उत्थे लोग पतंग उड़ाते थे नाले जाके मत्था टेकते ਅੱਛਾ बहुत पब्लिक आती थी हिंदू मुसलमान सारे इकट्ठे होते थे ਠੀਕ ਹੈ। पतंगड़बाजी का उस दिन बड़ा कंपटीशन चलता था साढ़े सनौर में भेदभाव बिल्कुल नहीं था ਠੀਕ ਹੈ ਜੀ। एक महल्ला रौतां का था एक महल्ला काजियाँ का था एक साबियाँ का महल्ला था इस दिन पठाना का एक गढ़ था एक मुसलमानों का जिस वेले हल्ले गए उस वेले भी इतने 10-20 हज़ार बंदा बाहर से आके इकट्ठा होएगा ਕਾਹਦੇ ਵਾਸਤੇ? अपना छड़न ਲਈ भी थे लोगों ने ਅੱਛਾ हाँ पिंडा में 2-2 4-4 घर होंगे थे मुसलमानों के ਅੱਛਾ ਬਾਹਰੋਂ ਮੁਸਲਮਾਨ ਸਨੌਰ ਆ ਗਏ ਸੀ? सारे कोई तरखान है कोई लोहार है कोई ऐसा ਅੱਛਾ या पचादे बलोच ਜਿਹੜੇ ਬਾਹਰ ਖਾਨਾ ਬਦੋਸ਼ ਤੇ ਉਹ ਵੀ ਉਰੇ ਆ ਗਏ ਤੇ ਅੱਛਾ ਜੀ। ਖਾਨਾ ਬਦੋਸ਼ ਤੇ ਬਾਹਰ ਹੀ ਰਹਿੰਦੇ ਤੇ ਉਹ ਭੇਡਾਂ ਬੱਕਰੀਆਂ ਨੂੰ ਰੱਖਣਾ ਐਂ ਚੀਜ਼ਾਂ ਪਾਲਣੀਆਂ ਜਾਂ ਗਲੀਆਂ ਮਾਂ ਰੱਖਣੀਆਂ ਉਹ ਫਿਰ ਉਰੇ ਆ ਕੇ ਹਿੱਸਾ ਲਿਆ ਸਾਰਾ ਉਸ ਵੇਲੇ ਪਠਾਣਾ ਵਾਲਾ ਮਹੱਲਾ ਬਿਲਕੁਲ ਖਚਾ ਕੇ ਭਰਿਆ ਵਾ ਤਾ ਹੱਲਿਆਂ ਵਾਲੇ ਸਾਹਿਬ ਉਸ ਸਮੇਂ ਸਕੂਲ 'ਚ ਹਿੰਦੂਆਂ ਦੇ ਬੱਚੇ ਜ਼ਿਆਦਾ ਪੜ੍ਹਨ ਜਾਂਦੇ ਸੀ ਕਿ ਮੁਸਲਮਾਨਾਂ ਦੇ? ਨਹੀਂ ਇਕੱਠੇ ਹੀ ਪੜ੍ਹਦੇ ਤਾਲੀਮ? तालीम ज़्यादा महाजन के बच्चे पढ़ते थे ਅੱਛਾ एक बड़ा चार हिस्सा कमुआ के और अद्धे मुसलमान मुसलमान हिंदू इकट्ठे ही पढ़ते थे किसी में कोई भेदभाव नहीं था ਡੇਰਾ ਬਚਿੱਤਰ ਗਿਰ ਦਾ ਵੀ ਪੁਰਾਣਾ ਇਤਿਹਾਸ ਦੱਸਦੇ ਕੁਛ ਉਹਦੇ ਬਾਰੇ ਦੱਸੋ। डेरा बचित्र जी अपने सनौर के चढ़ते पासे ਹਾਂਜੀ एक डेरा है जिसके अंदर बाबा बचित्र गिर बहुत महान हस्ती होगी उसकी दुनिया ਇਹ ਬੋਲਰ ਰੋਡ ਤੇ ਬੋਸਰ? बोसर रोड बोसर रोड के ऊपर है ਓਕੇ ਓਕੇ। लीड रास्ता जाया करता था राजे महाराजे भी यहाँ आके उस बाबे के दर्शन करने जाया करते थे ਅੱਛਾ जी। वो बाबा इतना करड़ा था वो कहना मैं इस राजे को बिल्कुल दर्शन नहीं देवांगा क्योंकि ये शिकार के लेना ਸ਼ਿਕਾਰ ਦੇ ਵਿਰੁੱਧ ਸੀ ਉਹ? शिकार के विरुद्ध था वो। एक महाराजे ने बड़ा जिद करी वो हटिया नहीं मैं जरूर दर्शन करने फिर उन्हें कान्हा वजीर होंगे था कान्हे वजीर ने कहा भी मैंने दर्शन करा दे कान्हा कहने मैं दर्शन तां करावांगा कि मेरे नाल तू जिमीदार बन के चल वो जिमीदार बना के बाबा दातन कर रहे थे तो चला गया वो जल्दी समझ गया बाबा जान करता कहना ओए कान्हे तू हटिया नहीं उन्होंने दूसरी लिया के खड़ा करता मेरे सामने राजे ਨੂੰ ਦੁਸ਼ਟ ਦੱਸਦੇ ਤੇ ਇੰਨੀ ਜੁਰਤ ਸੀ। ਇੰਨੀ ਜ਼ਰੂਰਤ ਸੀ ਕਿਹੜਾ ਮੰਗਣਾ था उनको? ਡੇਰਾ ਨਾਥਾਂ ਬਾਰੇ ਦੱਸੋ। बाबा नीरानाथा वाली बहुत पुराना प्राचीन डेरा है इसकी ज़मीन भी है और इसका बहुत दुनिया दूर से आके इसकी मानता करा करते ਇਹ ਕਿੱਥੇ ਹੋਇਆ ਡੇਰਾ ਨਾਥਾਂ? ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ। नाथा का डेरा सनौर के चढ़ते पासे कुआं वाला खेड़े वाला मारा लंघते सीधा ही है रस्ते ਵਿੱਚ ਇੱਕ डेरा आंदा बाबा लक्ष्मण जी ਹਾਂਜੀ ਹਾਂਜੀ।
वो भी काफी पुराना इतिहास वो है। भी बहुत पुराना था, उसकी बड़ी महानता थी, बहुत अच्छा तपस्वी साध था, तपस्या करी है उसने बहुत। सनौर वास्ते हस्तियाँ का है। ये हाँ, सनौर के तो चारों पासे पीर पैगंबरां की धरती है सनौर में। अच्छी एक तो पटियाले की तरह कोई बाबा अपना पीर किया है, और रास्ते में फिर आ गया माड़ी मंदिर, शिव मंदिर, दूसरे पासे आ गया नाथा का डेरा, बाबा बचेंद्र का डेरा है। इस तरह ये सारे जंदराना पीर, अच्छा 9 बजा पीर भी पुराना नाम का था। पीर भी बहुत मशहूर है। बाबा बुग्गा शाह का पीर भी ये है। कितने सी बाबा बुग्गा शाह का पीर? बुग्गा का हम जाने आसरपुर रोड से हुन भी हैगा। अच्छा, हाँ, और कितने सी पीर? एक पीर का 9 गजा पीर, और सुना पता जी। एक अपना हुंदा था बोलर रोड के ऊपर उन भी पीर है, बहुत तगड़ा पीर है, उसकी 10-11 एकड़ जमीन भी है। पहले सनौर का जो बाजार है ये सड़क होती थी, एक रास्ता, और किसी पास लंघन वास्ते रास्ता आता, ये सड़क थी। इस पर फिर शाहूकारा ने दुकाना बनी होती। लेकिन जेड़ा महारानी के हुंदे बाजार था वो सराफा बाजार, जिसमें असं रहने हूँ, ये बाजार से ये बाजार था सराफा बाजार। ਜਿਹੜਾ ਤੁਹਾਡੇ ਘਰ ਦੇ ਅੱਗੇ ਰਸਤੇ हाँ, ਜਾਂਦਾ जेड़ा जाना अगे जाके सराफे की दुकाना थी। ਜੀ ਅੱਜ ਕੱਲ ਕਿਹੜਾ ਮਹੱਲਾ ਕਹਿੰਦੇ ਆ ਇਸ ਨੂੰ? ये सराफा वाला महल्ला कहीं बोलते हैं। ਅੱਛਾ 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 ਅੱਛਾ। ਇਹ ਪਹਿਲਾਂ ਇੱਥੇ ਬੈਂਕ ਹੁੰਦਾ ਸੀ। ये तो बैंक तो हूँ बने हैं, बैंक तो था ही नहीं सनौर में पहना, ਓਕੇ। तो हूँ की गल है। महारानी की गल वेले उस वेले बड़ा तगड़ा महल्ला था ਦੁਕਾਨਦਾਰ ਜ਼ਿਆਦਾ ਮੁਸਲਮਾਨ ਹੁੰਦੇ ਸੀ? ना, दुकानदार ਹਿੰਦੂ ਹਿੰਦੂ हिंदू। ਠੀਕ ਹੈ। उस वेले मुसलमान दुकान करके राजी नहीं थे, कोई दुकान करता था। ਇੱਥੇ ਹੁਣ ਗੁਰਦੁਆਰਾ ਕਾਲਗੜ੍ਹ ਸਾਹਿਬ ਹੈ, ਇੱਥੇ ਕਹਿੰਦੇ ਬੜਾ ਉੱਚਾ ये तो पंजाबा था। ਪੰਜਾਬ ਆ। पंजाब इतने जिस वेले सनौर बसे है ना, मिट्टी पट पट के लोगों ने इट्टां पट्टियाँ, इट्टां पट के उत्थे पकाया करते थे। वो बहुत बड़ा जौड़िया बड़ा पंजाबा बन गया, बहुत ऊंचा। ਅੱਛਾ ये फिर कुम्हारा ਨੂੰ देता था। ਅੱਛਾ ਅੱਛਾ। ਹੁਣ ਉੱਥੇ ਗੁਰਦੁਆਰਾ ਸਾਹਿਬ ਅਕਾਲਗੜ੍ਹ ਬਣਿਆ। ਸਨੌਰ के पहाड़ ਵਿੱਚ ਜਿਹੜਾ ਹੁਣ ਘੱਗਰ बहुत दूर बहता देवीगढ़ की तरफ ਨੂੰ, वो सनौर के नज़दीक में बया करता था पहले। ਅੱਛਾ हाँ, उसके नज़दीक जितने भी लोगों के घर थे कम से कम भी 10-12 फुट ऊंचे थे। घग्गर नीवे में लंघ जाता, आना घग्गर ने लंघ जाना। इस वजह से जिन्ना भी ये ना रोहता वाला महल्ला सारा ऊंचाई के ऊपर है। एक तलाव भी होता था। ਅੱਜ ਕੱਲ ਕੀ ਕਹਿੰਦੇ ਇਸ ਮਹੱਲੇ ਨੂੰ ਕੀ ਨਾ? अजकल तो हम तो महल्ले का नाम ਮੇਰਾ ਕਸਾਬੀਆਂ ਕਹਿੰਦੇ ਸੀ। और कसाबी वाला पुराना ही नाम है, ਅੱਛਾ ਅੱਛਾ नाम वही है, बदले है किसी ने। ਅੱਛਾ। ਤਾਂ ਹੀ ਉੱਚੇ ਉੱਚੇ ਘਰ ਹੈ ਇੱਥੇ। ऊंचे करता ही रड़ान थी ना नीचे, उरे ते जा पंगाड़ियां दे परिवार रहंदे। हाँ, किन्ने पर रोड में जाते ਜਿੱਥੇ ਪੰਗਾੜੀਆਂ ਦਾ ਪਰਿਵਾਰ ਰਹਿੰਦੇ ਜਿਹੜਾ ਸਾਰੇ ਉੱਥੇ- ਜਿਹੜਾ ਹੁਣ ਹੈ ਨਾ ਜਹਾਂ ਪਾਰਕ ਬਣਿਆ, ਇਹ ਸਾਰਾ ਪੂਰੇ ਤਲਾਅ ਹੁੰਦਾ ਤਾਂ ਤਲਾਅ ਦੇ ਉੱਪਰੋਂ ਘੱਗਰ ਲੰਘਿਆ ਕਰਦਾ। ਅੱਛਾ ਜੀ, ਇੱਥੇ ਰਿਸਰਚ ਵੀ ਕਰੀ ਹੈ ਲੋਕਾਂ ਨੇ ਅੱਛਾ। ਬਾਹਰ ਤੇ ਆ ਕੇ ਵੀ ਹਾਂ ਵਾਕਈ ਘੱਗਰ था। घग्गर फिर गेड़ा खा के बहुत दूर तक चले गया। ਅੱਛਾ भीड़ के अंदर पानी आया करता था घग्गर का। ਅੱਛਾ। ਆ ਇੱਕੋ ਖੂਨੀ खूनी डूबा है यहाँ पर सनौर में। वो भी चढ़ते पास। ਵੱਡੇ ਗੁਰਦੁਆਰੇ ਦੇ ਪਿੱਛੇ। हाँ, कम से कम 45 बीघे का टोबा था, उसके अंदर कभी पानी चुकना नहीं था। ਅੱਛਾ ਜੀ। और आए साल कोई ना कोई खून लगता था। इस वास्ते नौ खून नहीं लगता। 2-1 बंदे ने सजा हुई है, उसके किनारे कीकर होती थी तो फाफा दिया लगा सजाए मौत। बेरियाँ सनौर में बहुत थी। हर एक इंसान के पास अपने बेरियाँ का साधन था। बाग बेरियाँ के होते थे, दूसरे बाग नहीं होते। ਤਾਇਆ ਜੀ ਆ ਹੁਣ ਪਿੱਛੇ ਜੇ ਮੁਹਾਲੀ ਮੈਚ ਦੌਰਾਨ ਹਾਂ। ਪਾਕਿਸਤਾਨ ਤੋਂ ਕੁਝ ਨੌਜਵਾਨ ਸਨੌਰ और ਦੇ दे बच्चे आए थे जिन्हों का सनौर नाल लिंक था। बहुत अच्छे रीजनल खानदान के बच्चे थे, अच्छी सेहत, अच्छी मिल बर्तन, बोल चाल उनकी बहुत अच्छा। साढ़े नाल घूम के उन्होंने कई महल्ले देखे, कई मस्जिदां देखियां, साढ़े पूछा उन्होंने भी किस तरह की कहाँ की, बहुत खुश हो गए। ਕੋਈ ਉਹਨਾਂ ਦੇ ਨਾਂ ਸੁਨੇਹਾ बस ये कहते थे असं जाके थोड़ा फिर चिट्ठी पावे और फिर आवे कभी। ਇੱਥੇ ਦੱਸਦੇ ਕਿ ਉਹ ਜਦ ਵੀ ਮਿਲੇ ਨੇ ਸਨੌਰ ਦੇ ਜਿਸ ਬੰਦੇ ਨੂੰ ਸਨੌਰੀਆਂ ਦਾ ਬਹੁਤ ਧੰਨਵਾਦ ਕਰਦੇ ਕਿ बहुत ਉਹਨਾਂ ਨੇ धन्यवाद ਸਨੌਰ किया। ਦਾ- सनौरिया ने भी उनकी बहुत मिल बर्तन करे, ਹਾਂਜੀ ਹਾਂਜੀ, ਬੜਾ ਪਿਆਰ बड़ा ਸਤਿਕਾਰ प्यार दिया।
ਸ਼ਾਰਦਾ ਜੀ ਸਾਡੇ ਪੁਰਾਣੇ ਬਜ਼ੁਰਗ ਹੈ, ਬਹੁਤ ਜੋਤੀ ਪ੍ਰਸਾਦ ਡਾਕਟਰ, ਜਿਨ੍ਹਾਂ ਨੂੰ ਸਾਰਾ ਸਨੌਰ ਜਾਂਦਾ था। ਸਨੌਰ ਵਾਲੇ ਟਾਈਮ ਵੀ ਉਹਨਾਂ ਨੇ ਬਹੁਤ ਲੋਕਾਂ ਦੀ ਇਮਦਾਦ ਕਰੀ ਹੈ। ਕਿਹਨਾਂ ਨੇ? ਬਹੁਤ ਜੋਤੀ ਪ੍ਰਸਾਦ ਡਾਕਟਰ ਹੁੰਦੇ ਹੁਣ ਵੀ ਹੈ। ਠੀਕ ਹੈ। ਇੱਕ ਸ਼ਾਰਦਾ ਅਸ਼ੋਕ ਲਾਲ ਸ਼ਾਰਦਾ ਜੀ, ਹਾਂਜੀ ਹਾਂਜੀ ਰਘਵੀਰ ਚੰਦ ਪੰਡਤ, ਹਾਂਜੀ ਹਾਂਜੀ ਓਮ ਪ੍ਰਕਾਸ਼ ਤਲੰਗਾ, ਇਹਨਾਂ ਨੂੰ ਸਾਰੇ ਲੋਕ ਬੜੇ ਅੱਛੀ ਤਰ੍ਹਾਂ ਮਿਲ ਕੇ ਗਏ ਹਾਂ ਔਰ ਉਹਨਾਂ ਨੇ ਬੜਾ ਧੰਨਵਾਦ ਕਰਦੇ ਹਾਂ। ਠੀਕ ਹੈ ਜੀ। ਔਰ ਸਾਡੇ ਲੋਕ ਬਹੁਤ ਉਹਨਾਂ ਨੂੰ ਮਿਲ ਕੇ ਖੁਸ਼ ਹੋਏ ਆ ਵੀ ਸਾਡੇ ਬੱਚੇ ਕਿਆ ਸੋਹਣਾ ਤਰੱਕੀ ਕਰ। ਸਾਨੂੰ ਖੁਸ਼ਖਬਰੀ ਸੁਣਾਵਾ, ਹੁਣ ਵੀ ਉਹ ਪਿਓਰ ਕਮਾਉਣ ਵਾਲੀ ਬੋਲੀ ਹਾਂ ਹਾਂ ਉਹੀ ਮਾਰੇ ਥਾਰੇ। ਕਿਉਂਕਿ ਇਹ ਜਿਹੜਾ ਜ਼ਿਆਦਾ ਇੱਥੇ ਰੌਂਤਾ ਜਿਹਦੇ ਨੇ ਇੱਥੇ ਥੋੜੇ ਰਾਈ ਹਾਂਜੀ ਹਾਂਜੀ। ਇਹ ਮਿਹਨਤੀ ਕੌਮ ਕਮਾਉਣ ਦੀ ਤਰ੍ਹਾਂ ਅੱਛਾ ਅੱਛਾ ਅੱਛਾ। ਗੱਡੇ ਬਾਣੇ ਮਿਹਨਤ ਕਰਨੀ ਹਾਂ ਰਾਈ ਸੀ ਕਰਨੀ। ਜਿਹੜੇ ਸਨੌਰ ਆਏ हाँ ਸੀ। जिन्ना ये सड़क है सनौर से पटियाले तक ये सब राइयाँ खेत थे। खेती बहुत करते थे। अच्छा हाँ यहाँ का पेठा मशहूर था, 15-20 किलो का एक पेठा सनौर दा। सनौर का। सनौर एक बहुत पुराना कस्बा है जिसके बारे किसी ने भी ये पता नहीं कि किस समय में बनाया गया था। पहले इसका नाम सोना नगरी था, क्यों मिर्च बड़ी होती थी इतने बाहर से ਜਿਹੜੇ भी व्यापारी आते थे, अगर ऊपर हवाई जहाज में चल तो ऐसी लगती थी मिर्च जिसका नीचे सोना बजाया हुआ। अच्छा हाँ इसका नाम सोना नगर है, सोना नगर के नाम बिगड़ के सनौर बन गया। इसकी पुरानी हिस्ट्री बहुत पुरानी है, बहुत डूंगी है। इतिहास के अंदर भी ये नाम नहीं बता सके कि इसका सन क्या था। अच्छा सन से बगैर ये सनौर है, इसका कोई पता नहीं किधर बन। पहला ये 3 दफ़ा उजड़ चुका है। सनौर। हाँ इसी वास्ते कहीं ऊंचा कहीं नीमा। अच्छा अच्छा अच्छा। ये सनौर काफी इतिहास समझ बैठे आपने। बहुत पुराना इस ते बड़ी खोज दी लोग बड़ी खोज ही लोग है। पता ही नहीं पुराने बंदे किसी पुराने में नहीं पता नहीं। हिस्ट्री नहीं टोली मेरी ਤੁਹਾਡੇ ਜਿੰਨੀ ਜਾਣਕਾਰੀ ਸਾਨੂੰ ਅਸੀਂ ਰਿਸਰਚ ਕਰ ਲਈ। ਮੈਂ ਜਿਹੜਾ ਨਾ ਲੋਕ ਜਿਸके अंदर ਪੁਰਾਣਾ ਰਿਕਾਰਡ था ਸਾਨੂੰ ਕਈਆਂ ਕਿਥੀਆਂ ਟੁੱਟੀਆਂ ਵੀਆਂ ਗਲੀਆਂ ਵੀ ਮਿਲੀਆਂ ਸਨੌਰ ਦੇ ਬਾਰੇ। ਹਾਂ ਤੁਸਤ ਪਟਵਾਰੀ ਵੀ ਰਹਿ ਕੇ ਮੈਂ ਦਫ਼ਤਰ ਕਰਨ ਨੂੰ ਰਿਹਾ, ਮੈਨੂੰ ਲੋੜ ਪੈਂਦੀ ਨਹੀਂ ਕਈ ਦਫਾ ਅੱਛਾ ਸਨੌਰ ਦੇ ਬਾਰੇ ਦੇਖਣ ਵਾਸਤੇ ਵੀ ਕਿਆ। ਬਾਬਾ ਜੀ ਤੁਸੀਂ ਇਹ ਦੱਸੋ ਇਸ ਅਸਥਾਨ ਨਾਲ ਕਿੰਨੇ ਸਾਲ ਤੋਂ ਜੁੜੇ ਹੋਏ ਹੋ? ਅੱਧ ਵਾਲੇ ਪੀਰ ਦੀ ਸੇਵਾ ਕਿੰਨੇ ਸਾਲ ਤੋਂ ਕਰ ਰਹੇ ਹੋ? ਦੇਖ ਲਓ ਹੱਲੇ ਤੇ ਨੂੰ ਕਈ ਸਾਲ ਹੋ ਗਏ ਮਹਾਰਾਜ। ਠੀਕ ਹੈ ਜੀ। ਹੱਲੇ ਤੇ ਨੂੰ ਦੇਖ ਲਓ ਕਿੰਨੇ ਸਾਲ ਹੋ ਗਏ। 47 ਤੋਂ ਲੈ ਕੇ ਬਸ ਆਪਾਂ ਸਾਲ ਕਮਗਰੋਂ ਉਰੇ ਆ ਗਏ ਸੀ ਜੀ ਹੱਲਿਆਂ ਤੋਂ। ਠੀਕ ਹੈ ਜੀ। ਇੱਧਰ ਘਲੋੜੀ ਵਾਲਾ ਤੇ ਰਿਹਾ ਥੋੜਾ ਜਿਹਾ ਚਿਰ, ਫਿਰ ਘਲੋੜੀ ਵਾਲਾ ਤੋਂ ਉਰੇ ਆ ਗਈ। ਅੱਛਾ ਬਾਬਾ ਜੀ ਇਹ ਜਦ ਤੁਸੀਂ ਇੱਥੇ ਆਏ ਹੋ ਉਸ ਸਮੇਂ ਇਸ ਇਲਾਕੇ ਦੀ ਆਲੇ ਦੁਆਲੇ ਦੀ ਸੜਕ ਦੀ ਹਾਲਤ ਦੱਸੋ, ਇੱਥੇ ਕੀ ਕੁਝ ਹੁੰਦਾ ਸੀ ਉਸ ਟਾਈਮ? ਸੜਕ ਕੱਚੀ ਹੁੰਦੀ ਸੀ, ਰਸਤਾ ਮਹਾਰਾਜ ਉਰੇ ਝਾੜ ਖੜੇ ਹੁੰਦੇ ਤੇ ਬਾਬੇ ਦੇ ਉੱਪਰ ਵੀ ਝਾੜ ਹੁੰਦਾ ਸੀ। ਇੰਨੀ ਕੁ ਦਰਗਾਹ ਸੀ ਇਹਦੀ ਛੋਟੀ ਜਿਹੀ ਝਾੜ ਦੇ ਵਿੱਚ। ਉਰੇ ਜੰਗਲ था ਜਿੱਥੇ ਆਪਾਂ ਬੈਠੇ, ਝਾੜੇ ਝਾੜ ਖੜੇ ਤੇ ਉਰੇ ਬੰਦਾ ਵੜ ਕੇ ਲੁੱਟ ਜਾਂਦਾ ਸੀ। ਬਾਬਾ ਜੀ ਪਹਿਲਾਂ ਨਾਮ, ਬਾਬਾ ਜੀ ਤੁਹਾਡਾ ਸ਼ੁਭ ਨਾਮ? ਮੈਂ श्री पंचदशना जूना खड़ा नागा बाबा महंत संध्यागिरी, जो कि आज से 6 साल पुराना यहाँ बाबा जी की सेवा में बाबा जी ने मेरे को भेजा मंडी से भूतनाथ के महंत सरस्वती विवेकानंद सरस्वती ने, जिसकी यहाँ महंती है। तो आज दिन तक डेरे का जो मैंने अपनी आंखों से देखा, जो किसी को झाड़ा फांटा होती थी वो ठीक हो गया, तो मैं कहीं मांगने नहीं जाता, गजा नहीं करता। एतवार को दूध आता है तो उसी को गर्म करके 1-2 बौड़े दे के मैं फ्रिज में रख देता हूँ। कोई भी साधु संत आया तो उसको खिलाता हूँ, खीर बना के खिला देता हूँ। खीर तो आपको भी खिलाई जाएगी। तो कहने का भाव ये है कि जब कोई भैंस दूध नहीं देती, बीमार हो जाती है, या नया पशु दूध देने के लिए तैयार होता, बच्चा होता है उसके, तब वो पहले बाबा जी को मनाते हैं। हर एतवार को दूध चढ़ता है। और किसी के बच्चे को कोई सोका है, कोई गड़बड़ी हो जाए, दूध ना पिए बच्चा, दवाई ना लगे डॉक्टर की, तो बच्चा भी वो यहीं आता हमारे। जब कहीं का भी बच्चा जिसको मालूम हो जाता है कि बाबा जी के पास जाओ, तो जड़ा फांटा जो भी बाबा जी का नाम लेकर हम करते हैं, उससे वो ठीक हो जाता है। तो हम कहीं भिक्षा भी नहीं करते, बैठे बैठे ही बाबा जी की सिर्फ पूजा करते हैं, सेवा करते हैं, उसी से बाबा हमें सब कुछ देता है। ना हमारे में लोभ है, ना लालच है, ना कहीं हम जाते हैं किसी से ना आए हुए को आगे कोई सवाल करते हैं।
तो जब सन 47 में गड़बड़ हुई तब ये लोग घबरा गए, कुमोज बरादरी तो जितने भी थे अपने अपने पशु लेके सब डेरे की शरण में आ गए बाबा जी के। तो और जगह गड़बड़ें हुई लेकिन यहाँ पर कोई गड़बड़ नहीं हुई। तभी से ये लोग भक्त जो हैं बाबा जी को मानते हैं और बाबा जी की इच्छा पूर्ण करते हैं। मैं नागा बाबा से मैं दसना पूना खाड़ा मंत्र संध्यागिरी बाबा की शरण में 6 साल से पूजा सेवा करता हूँ। ये को राजा हाँ, राजा गोविंदर राजा जो था ये पटियाली है। तो इन्होंने एक बार लोगों ने शिकायत की कि बाबा जी देसी दारू निकालते हैं। तो राजा ने कहा कि मैं किसी का कहा नहीं मानता कि वो साधु संत के ऊपर यूँ भी अंजाम लगा देते हैं बदनाम करने के लिए, मैं खुद चेक करूँगा। तो राजा आए भेष बदल के अपने नाई कान्हा को लेकर, कान्हा ने कराया कि वो जानता था बाबा जी को। तो जब बाबा जी के दर्शन कराए न तो बाबा जी ने कहा कि हे कान्हा तेने धोखे से दर्शन करवाए, मैं इस दुष्ट को दर्शन नहीं देना चाहता था, तेने धोखे से मेरे दर्शन करवाए, जब तो सने बेड़ियाँ फूकेगा। तो इतिहास साक्षी है कि वो कान्हा नाई जो है उनका वो सने बेड़ियाँ ही फूकेगा। काम ही ऐसा हो गया जो बाबा जी का वचन पूरा हो गया। तो जब इन लोगों ने देखा कि बाबा जी के इतनी करामात है, वचन में सत्या है, तभी से ये मतलब बाबा जी की मानता करने लगे, आज दिन तक मानते हैं। यहाँ की कोई बहू बेटी आगे भी चल जाती है ससुराल में, तो जब कोई पशु पे बीमारी आती है, बच्चे भी कोई रोग आता है, पशु भी आता है, तो वो इसी बाबा जी को मनाते हैं, यहाँ पर दूध भी चढ़ाते हैं और मनौती भी देते हैं। तो इन्हीं बातों से बाबा जी की हमने सिद्धि देखी। 5-6 साल हो गए, 6 साल हमें भी हो गए, तो हमने भी यही देखा कि बाबा जी प्रत्यक्ष दर्शन भी देते हैं और जो श्रद्धा भावना से विश्वास करता है उसकी हर इच्छा पूरी करते हैं। मेरा नाम राकेश महेश्वरी, ठीक है। ਤੁਸੀਂ ਕਮੇਟੀ ਦੇ ਮੈਂਬਰ ਹੈ। ਠੀਕ ਹੈ ਜੀ। ਇਸ ਦੇ ਇਤਿਹਾਸ ਨਾਲ ਜੁੜੀ ਕੋਈ ਖਾਸ ਵੱਡੀ ਘਟਨਾ ਦੱਸੋ। ਖਾਸ ਵੱਡੀ ਘਟਨਾ ਇਹ ਹੈ ਜੀ, ਕੋਈ ਸਮਾਂ ਸੀ ਵੀ ਅੱਜ ਤੋਂ 30 ਸਾਲ ਹੋ ਗਏ ਸਾਡੇ ਘਰ ਚੋਰੀ ਹੋਈ ਸੀ। ਅਸੀਂ ਮਿਰਚਾਂ ਦਾ ਵਪਾਰ ਕਰਦੇ ਸੀ। ਤੁਹਾਡੇ ਪਿਤਾ ਜੀ ਦਾ ਨਾਮ? ਸ੍ਰੀ ਰਾਮ ਸਿੰਘ ਮਹੇਸ਼ਵਰੀ ਜੀ। ਦਾਦਾ ਜੀ ਦਾ ਨਾਮ? ਦਾਦਾ ਦਾ ਨਾਮ ਸ੍ਰੀ ਕਰਮਚੰਦ ਮਹੇਸ਼ਵਰੀ ਜੀ। ਤੁਹਾਡਾ ਘਰ? ਸਾਡਾ ਘਰ 9 ਵਜੇ ਪੀੜ ਦੇ ਨਜ਼ਦੀਕ ਹੀ ਹੈ ਜੀ। ਅੱਛਾ, ਤੁਹਾਡੇ ਪਿਤਾ ਜੀ ਜਿਉਂਦੇ? ਨਹੀਂ ਜੀ, ਸੁਰਗਵਾਸ ਹੋ ਗਏ ਜੀ। ਅੱਛਾ, ਹਾਂ ਜੀ, ਤੁਸੀਂ ਘਟਨਾ ਦੱਸਣ ਜਾ ਰਹੇ। ਹਾਂ ਜੀ, ਘਟਨਾ ਇਹ ਹੋਈ ਸੀ ਜੀ, ਅੱਜ ਤੋਂ 25 ਸਾਲ ਪਹਿਲਾਂ ਅਸੀਂ ਮਿਰਚਾਂ ਦਾ ਵਪਾਰ ਕਰਦੇ ਸੀ ਜੀ। ਤੇ ਉਸ ਸਮੇਂ ਜੋ ਚੋਰ ਕਰਨ ਆਏ ਸੀ ਚੋਰੀ, ਉਹਨਾਂ ਤੋਂ ਮਿਰਚਾਂ ਦੀ ਬੋਰੀਆਂ ਉੱਪਰ ਤੋਂ ਥੱਲੇ ਨਹੀਂ ਸੁੱਟੀਆਂ ਗਈਆਂ ਸੀ। ਵਾਹ ਜੀ, ਯਾਨੀ ਇਹ ਪੀਰ ਬਾਬਾ ਜੀ ਨੇ, ਇਹ ਪੀਰ ਬਾਬਾ ਜੀ ਦੀ ਸ਼ਕਤੀ ਹੋਣ ਕਰਕੇ ਚੌਕੀਦਾਰ ਵਾਂਗ ਇਹ ਸਾਡੇ ਮਹੱਲੇ ਦੀ ਪੂਰੀ ਸੁਰੱਖਿਆ ਕਰਦੇ ਆ। ਹਾਂ ਜੀ, ਤੁਸੀਂ ਇਹਨਾਂ ਦੇ ਨਾਂ ਤੇ ਕੋਈ ਭੰਡਾਰਾ ਉਰਸ? ਹਾਂ, ਅਸੀਂ ਇਸ ਦੇ ਨਾਮ ਤੇ ਭੰਡਾਰਾ ਸਾਡੇ ਉਰੇ ਹੁੰਦਾ ਰਹਿੰਦਾ ਜੀ। ਕਦੋਂ ਹੁੰਦਾ ਜੀ? ਸਾਡੇ ਵੀਰਵਾਰ ਨੂੰ ਹੋ ਜੇ, ਜੇਠੇ ਵੀਰਵਾਰ ਨੂੰ ਸਾਲ ਬਾਅਦ ਇਹਦਾ ਮਨਾਇਆ ਜਾਂਦਾ ਜੀ, ਜੋ ਬਾਬਾ ਜੀ ਦਾ ਸਮਾਧ ਤੇ ਪ੍ਰੋਗਰਾਮ ਹੁੰਦੇ ਜੀ। ਠੀਕ ਹੈ, ਧੰਨਵਾਦ। ਉਰੇ ਕਵਾਲੀਆਂ ਦਾ ਵੀ ਪ੍ਰੋਗਰਾਮ ਹੋਇਆ ਜਾਂਦਾ ਜੀ। ਠੀਕ ਹੈ ਜੀ। ਠੀਕ ਹੈ ਜੀ। ਤੁਸੀਂ ਇਹ ਦੱਸ ਦਿਓ, ਦੂਜਾ ਤੁਸੀਂ ਪੂਰੇ ਕਹਿੰਦੇ ਕੋਈ ਘਰ ਨਹੀਂ ਪਹਿਲਾਂ ਬਣਾ ਸਕਦਾ ਦਾ ਚੁਗਾ। ਇਹਦਾ ਇਤਿਹਾਸ ਦੱਸੋ। ਇਤਿਹਾਸ ਇਹ ਤਾਂ ਬਲੈਕ ਸਿਆ ਪੀਰਾ ਹੈ, ਜਿੰਦੇ ਵਾਲਾ ਪੀਰੀਆਂ ਜਿੰਦੇ ਲੱਗਦੇ ਆ। ਕਿਉਂ ਲੱਗਦੇ ਜਾਂਦੇ ਜੀ? ਯਾ ਜੋ ਮਨੋਤੀਆਂ ਪੂਰੀ ਬੜੀ ਬੜੀ ਹੁੰਦੀਆਂ, ਮੰਨਤ ਮੰਗ ਕੇ ਜਾਂਦੇ ਆ। ਫਿਰ ਉਹ ਜੰਦਾ ਲਾਂਦਾ। ਹਾਂ, ਫਿਰ ਖੋਲ ਕੇ ਜਾਂਦੇ ਆ। ਲੋਕਾਂ ਨੇ ਪਿਛਲਿਆਂ ਨਾਲ ਨਹੀਂ ਵੱਢਿਆ, ਇਹ ਜਿੰਦੇ ਵੱਡੇ ਆ। ਹਮ ਵੱਢਦੇ ਨਹੀਂ ਹੈ। ਅੱਛਾ, ਹਮ ਆਪੇ ਖੋਲਦਾ ਬਾਬਾ ਫਿਰ। ਅੱਛਾ ਜੀ। ਹਾਂ, ਮਨੋਤੀਆਂ ਪੂਰੀ ਹੋ ਜਾਂਦੀ ਹੈ। ਬਾਜੇ ਖੋਲ ਦਿੰਦੇ ਆ ਬਾਜੇ। ਪਹਿਲਾਂ ਸੁਣਨ ਚ ਆਇਆ ਇੱਥੇ ਚਵਾਰਾ ਨਹੀਂ ਸੀ ਕੋਈ ਉੱਚਾ ਪਾ ਸਕਦਾ ਇਸ ਏਰੀਏ ਚ, ਮਹੱਲੇ ਚ। ਚਵਾਰਾ ਵੀ 21 ਕਿਲੋ ਵਾ ਕਰਕਾ ਔਰ 21 ਇੰਟਾਂ ਤਾਂ ਚਵਾਰੇ ਪੈਂਦੇ ਆ। ਅੱਛਾ, ਹਾਂ, ਉਹ ਨਹੀਂ ਯਾਨੀ ਬਿਨਾ ਉਰੇ ਆ ਗਿਆ ਲਏ ਆਸ਼ੀਰਵਾਦ ਲਏ ਮੱਥਾ ਟੇਕੇ ਆਪਣੇ ਆਪ ਨਹੀਂ ਕੋਈ ਪਾ ਸਕਦਾ। ਨਾ, ਆਪਣੇ ਆਪ ਨਹੀਂ ਇਸ ਤਰ੍ਹਾਂ ਪਾ ਸਕਦੇ ਆ। ਗਿਰਜੇਗਾ ਪਾਏਗਾ। ਗਿਰਜੇਗਾ।
उनका कोई नुकसान हो जाएगा। अच्छा ਤਾਂ अच्छा ਕਰਕੇ। अच्छा। और बस ਇੱਥੇ ਭੰਡਾਰਾ ਕਦੋਂ ਹੁੰਦਾ ਜੀ? ये बकरीद का आ गया, एक मिठी ईद का हो लिया, बकरीद का होने वाला उसका 26 तारीख का। 26 महीना 10वां। ठीक है जी। वाह जी वाह, बाबा बहुत मुसाला बड़ी ताकत। अच्छा ये जंदे को कदों खोलते हैं, कौन खोलता इन्हों ਨੂੰ? नहीं पहला ताला बंदा ला के जाता जिन्हें कोई मन्नत मनानी है। हाँ हाँ। अच्छा अच्छा। जे कोई बच्चा भज गया, बड़ा भज गया, पुट्ठी लेंदा चा खूमा की ना बैठ। और अरदास ਦੇ ਤੌਰ ਤੇ ਜੰਦਾ ਲਾ ਜਾਂਦਾ। हाँ हाँ। ਤੇ ਇਹ ਜੰਦਾ ਖੁੱਲਦਾ ਫਿਰ ਕਦੋਂ ਹੈ? खुलदा चा महीने मनोती आ जा जब ਆਪਣੇ ਆਪ ਖੁੱਲ ਜਾਏਗਾ? ना सारे हम 12 साल हो गए बैठे हैं ना। हाँ हाँ 5 जंदे खुले कड़क के तो अपने आप? अपने आप। अच्छा जी। हैं कड़क दे सी कारण? कारण बस स्त्री बाबे की है ताकत कृपा बहुत। मुझे हनुमान जी पटियाला जिला में नहीं है, और ये 150 साल का ये मंदिर सबसे पुराना सनौर में है। नैना देवी मंदिर, पचमुखी हनुमान जी। आप कितने साल से सेवा कर रहे हैं? मैं 20 साल हो गया। आपका नाम? अमरकांत झा। हो गया। ये इसमें क्या चीज में आएगा? पेपर में आएगा? कैसे बने? कैसेट में बाऊ करवा रही है। बस ऐसे भाई। चलो पुजारी जी ये 5 मूर्तियों के बारे में बताइए। 5 मुखी में ये हनुमान जी है, हाथ रख के। और विष्णु, ये हनुमान जी है, ये विष्णु जी है, ये नरसिंह रूप है, ये हंस है, ये रुद्रा है। ये कितने साल से मूर्ति यहाँ पे है? यहाँ हो गया 3 साल ये मूर्ति यहाँ हाँ लगी। जी। सनौरी सौ लाहौरी, एक सनौरी 100 लाहौरी। हाँ एक सनौरी 100 लाहौरी, ਉਹ ਲੋਕੀ ਸਾਨੂੰ ਕਹਿੰਦੇ ਨੇ। ਇੱਕ ਸਨੌਰੀ 100 ਲਾਹੌਰੀ, ਉਹ ਲੋਕੀ ਸਾਨੂੰ ਕਹਿੰਦੇ ਨੇ। आओ मेरे सज्जन मित्रो, मैं जो गल सुनावा, मैं पिंड दियां सिफतां दुनिया दे विच क्यों ना लिख लिख गावा मैं। आओ मेरे सज्जन मित्रो, मैं जो गल सुनावा, मैं पिंड दियां सिफतां दुनिया दे विच क्यों ना लिख लिख गावा मैं। पिंड दियां सिफतां दुनिया दे विच क्यों ना लिख लिख गावा मैं। पटियाले तो पहला वसिया लोग सियाणे कहते ने। हाँ एक सनौरी 100 लाहौरी, ਉਹ ਲੋਕੀ ਸਾਨੂੰ ਕਹਿੰਦੇ ਨੇ। ਇੱਕ ਸਨੌਰੀ 100 ਲਾਹੌਰੀ, ਉਹ ਲੋਕੀ ਸਾਨੂੰ ਕਹਿੰਦੇ ਨੇ। ਪਟਿਆਲੇ ਤੋਂ ਪਹਿਲਾਂ ਵਸਿਆ ਸਾਡਾ ਪਿੰਡ ਪੁਰਾਣਾ ਪਈ। ਰਾਜਿਆਂ ਅਤੇ ਵਜ਼ੀਰਾਂ ਦਾ ਸੀ ਸਾਡੇ ਆਉਣਾ ਜਾਣਾ ਬਈ। ਪਟਿਆਲੇ ਤੋਂ ਪਹਿਲਾਂ ਵਸਿਆ ਸਾਡਾ ਪਿੰਡ ਪੁਰਾਣਾ ਪਈ। ਰਾਜਿਆਂ ਅਤੇ ਵਜ਼ੀਰਾਂ ਦਾ ਸੀ
ਸਾਡੇ ਆਉਣਾ ਜਾਣਾ ਬਈ ਰਾਜਿਆਂ ਅਤੇ ਵਜ਼ੀਰਾਂ ਦਾ ਸੀ ਸਾਡੇ ਆਉਣਾ ਜਾਣਾ ਬਈ ਅੱਜ ਕੱਲ ਹਲਕਾ ਬਣਿਆ ਇੱਥੇ ਲੀਡਰ ਘੁੰਮਦੇ ਰਹਿੰਦੇ ਨੇ ਹਾਂ ਇੱਕ ਸਨੌਰੀ 100 ਲਾਹੌਰੀ ਉਹ ਲੋਕੀ ਸਾਨੂੰ ਕਹਿੰਦੇ ਨੇ ਇੱਕ ਸਨੌਰੀ 100 ਲਾਹੌਰੀ ਉਹ ਲੋਕੀ ਸਾਨੂੰ ਕਹਿੰਦੇ ਨੇ ਰਾਗੀ ਢਾਂਡੀ ਗਾਉਣ ਕਵਿਸ਼ਰ ਲੋਕ ਨਾ ਦਿਲ ਦੇ ਮਾਣੇ ਨੇ ਕੌਣ ਕਬੱਡੀ ਦੰਗਲ ਸਜਦੇ ਲੱਗਦੇ ਲੋਕ ਅਖਾੜੇ ਨੇ ਰਾਗੀ ਢਾਂਡੀ ਗਾਉਣ ਕਵਿਸ਼ਰ ਲੋਕ ਨਾ ਦਿਲ ਦੇ ਮਾਣੇ ਨੇ ਕੌਣ ਕਬੱਡੀ ਦੰਗਲ ਸਜਦੇ ਲੱਗਦੇ ਲੋਕ ਅਖਾੜੇ ਨੇ ਕੌਣ ਕਬੱਡੀ ਦੰਗਲ ਸਜਦੇ ਲੱਗਦੇ ਲੋਕ ਅਖਾੜੇ ਨੇ ਤਾਰ ਸਿੰਘ ਅਣਜਾਣ ਜੇ ਫਕਰ ਖੂਬ ਨਜ਼ਾਰੇ ਲੈਂਦੇ ਨੇ ਹਾਂ ਇੱਕ ਸਨੌਰੀ 100 ਲਾਹੌਰੀ ਉਹ ਲੋਕੀ ਸਾਨੂੰ ਕਹਿੰਦੇ ਨੇ ਇੱਕ ਸਨੌਰੀ 100 ਲਾਹੌਰੀ ਉਹ ਲੋਕੀ ਸਾਨੂੰ ਕਹਿੰਦੇ ਨੇ ਰੱਬ ਓਏ ਆ ਅੱਖੀ ਵੇਖ ਲੈ
ਗੁਲਾਮ ਮੌਜਾਂ ਦਾਦੇ ਅਤੇ ਦਾਦੀ